ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ 'ਚ H-1B ਵੀਜ਼ਾ ਨੂੰ ਲੈ ਕੇ ਵਿਵਾਦ, ਟਰੰਪ ਤੇ ਐਲਨ ਮਸਕ ਹੋਏ ਆਮੋ ਸਾਹਮਣੇ। ਡੋਨਲਡ ਟਰੰਪ ਨੇ H-1B ਵੀਜ਼ਾ ਦਾ ਕੀਤਾ ਸਮਰਥਨ, ਕਿਹਾ ਸ਼ਾਨਦਾਰ ਪ੍ਰੋਗਰਾਮ। ਡੋਨਲਡ ਟਰੰਪ ਬ੍ਰਿਟੇਨ ਦਾ ਕਰਨਗੇ ਦੌਰਾ, ਬ੍ਰਿਟਿਸ਼ ਸ਼ਾਹੀ ਪਰਿਵਾਰ ਦੂਜੀ ਵਾਰ ਮੇਜ਼ਬਾਨੀ ਕਰੇਗਾ। ਮੌਸਮ ਤੂਫਾਨ ਅਤੇ ਬਰਫ਼ਬਾਰੀ ਕਾਰਨ 7000 ਤੋਂ ਵੱਧ ਉਡਾਨਾਂ ਲੇਟ ਜਾਂ ਰੱਦ, ਇੱਕ ਦੀ ਮੌਤ। ਘਰ ਦੀ ਚਿਮਨੀ ਤੋਂ ਲੀਕ ਹੋਈ ਕਾਰਬਨ ਮੋਨੋਆਕਸਾਈਡ ਕਾਰਨ ਅਮਰੀਕਾ ਦੀ ਮਸ਼ਹੂਰ ਅਦਾਕਾਰਾ ਦੀ ਹੋਈ ਮੌਤ। ਏਅਰਪੋਰਟ ਤੇ ਲੈਂਡਿੰਗ ਸਮੇਂ ਜਹਾਜ਼ ਹੋਇਆ ਬਲਾਸਟ, ਹੁਣ ਤੱਕ 62 ਲੋਕਾਂ ਦੀ ਹੋਈ ਮੌਤ। ਹੁਣ ਇਹਨਾਂ ਖਬਰਾਂ ਦਾ ਵਿਸਤਾਰ, ਇਸ ਦੇ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਐਲੋਨ ਮਸਕ ਅਤੇ ਵਿਵੇਕ ਰਾਮਾਸਵਾਮੀ ਵੱਲੋਂ ਉੱਚ ਹੁਨਰਮੰਦ ਕਾਮਿਆਂ ਲਈ H-1B ਵੀਜ਼ਾ ਪ੍ਰੋਗਰਾਮ ਦੇ ਵਿਸਥਾਰ ਦੀ ਵਕਾਲਤ ਕਰਨ ਤੋਂ ਬਾਅਦ ਇਹ ਬਹਿਸ ਛਿੜ ਗਈ ਹੈ। ਇਸ ਨੂੰ ਲੈ ਕੇ ਡੋਨਲਡ ਟਰੰਪ ਦੀ ਟੀਮ ਦੇ ਅੰਦਰ ਇੱਕ ਵੱਡੀ ਵੰਡ ਸਾਹਮਣੇ ਆਈ ਹੈ। ਮਸਕ ਅਤੇ ਰਾਮਾਸਵਾਮੀ ਦੋਵੇਂ ਵਿਦੇਸ਼ੀ ਜਨਮੇ ਨੇਤਾ ਟਰੰਪ ਦੇ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਹਨ। ਮਸਕ ਨੇ ਅਮਰੀਕਾ ਦੀ ਤਕਨੀਕੀ ਅਗਵਾਈ ਨੂੰ ਕਾਇਮ ਰੱਖਣ ਲਈ ਚੋਟੀ ਦੇ ਇੰਜੀਨੀਅਰਿੰਗ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੇ ਮਹੱਤਵ ਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਪ੍ਰਤਿਭਾਸ਼ਾਲੀ ਇੰਜੀਨੀਅਰਸ ਦੀ ਗਿਣਤੀ ਬਹੁਤ ਘੱਟ ਹੈ। ਇਸ ਨੂੰ ਇੱਕ ਪੇਸ਼ੇਵਰ ਖੇਡ ਟੀਮ ਵਾਂਗ ਸੋਚੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਟੀਮ ਚੈਂਪੀਅਨਸ਼ਿਪ ਜਿੱਤੇ ਤਾਂ ਤੁਹਾਨੂੰ ਚੋਟੀ ਦੇ ਪ੍ਰਤਿਭਾ ਨੂੰ ਭਰਤੀ ਕਰਨ ਦੀ ਲੋੜ ਹੈ, ਭਾਵੇਂ ਉਹ ਕਿਤੇ ਦੇ ਵੀ ਹੋਣ। ਰਾਮਾਸਵਾਮੀ ਨੇ ਵੀ ਮਸਕ ਦੀਆਂ ਭਾਵਨਾਵਾਂ ਦਾ ਸਮਰਥਨ ਕੀਤਾ। ਇਸ ਦਾ ਉਹਨਾਂ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ ਜੋ ਇਮੀਗ੍ਰੇਸ਼ਨ ਤੇ ਰੋਕ ਲਗਾਉਣ ਨੂੰ ਤਰਜੀਹ ਦਿੰਦੇ ਹਨ। ਉਧਰੀ ਲਾਰਾ ਲੂਮਰ, ਐਨ ਕੁਲਟਰ ਅਤੇ ਮੈਟ ਗੈਟਸ ਵਰਗੇ ਲੋਕਾਂ ਨੇ ਗੁੱਸਾ ਜ਼ਾਹਰ ਕੀਤਾ। ਉਹਨਾਂ ਨੇ ਅਮਰੀਕਾ ਫਸਟ ਨੀਤੀ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ। ਗੈਟਸ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਨੀਤੀ ਬਣਾਉਣ ਲਈ ਨਹੀਂ ਕਿਹਾ ਹੈ। ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਵੀ ਇਸ ਬਹਿਸ ਵਿੱਚ ਸ਼ਾਮਲ ਹੋਈ ਹੈ। ਉਸਨੇ ਅਮਰੀਕੀ ਕਰਮਚਾਰੀਆਂ ਵਿੱਚ ਨਿਵੇਸ਼ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਕਿਹਾ, ਜੇਕਰ ਤਕਨੀਕੀ ਉਦਯੋਗ ਨੂੰ ਕਾਮਿਆਂ ਦੀ ਲੋੜ ਹੈ ਤਾਂ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਨਿਵੇਸ਼ ਕਰੋ। ਸਾਨੂੰ ਹੋਰ ਕਿਤੇ ਦੇਖਣ ਤੋਂ ਪਹਿਲਾਂ ਅਮਰੀਕੀਆਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। H-1B ਵੀਜ਼ਾ ਪ੍ਰਾਪਤ ਕਰਨ ਵਾਲਿਆਂ ਚੋਂ ਜ਼ਿਆਦਾਤਰ 70% ਭਾਰਤੀ ਹਨ। ਇਸ ਲਈ ਇਸ ਦੀ ਨੀਤੀ 'ਚ ਬਦਲਾਅ ਦਾ ਸਭ ਤੋਂ ਜ਼ਿਆਦਾ ਅਸਰ ਭਾਰਤੀਆਂ ਤੇ ਹੀ ਪਵੇਗਾ। ਨਾਲ ਹੀ ਇੰਨੇ ਵੱਡੇ ਪੱਧਰ ਤੇ H-1B ਵੀਜ਼ਾ ਧਾਰਕਾਂ ਵਿੱਚ ਭਾਰਤੀਆਂ ਦੀ ਮੌਜੂਦਗੀ ਅਮਰੀਕਾ ਦੇ ਤਕਨੀਕੀ ਉਦਯੋਗ ਵਿੱਚ ਭਾਰਤੀ ਪੇਸ਼ੇਵਰਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਪਰ ਟਰੰਪ ਦੇ ਸਮਰਥਕਾਂ ਨੂੰ ਇਹ ਗੱਲ ਪਸੰਦ ਨਹੀਂ ਆ ਰਹੀ। ਅਮਰੀਕਾ ਵਿੱਚ H-1B ਵੀਜ਼ਾ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਤੇ ਆਪਣੀ ਚੁੱਪ ਤੋੜਦੇ ਹੋਏ ਕਿਹਾ ਕਿ ਉਹ ਇਸ ਪ੍ਰੋਗਰਾਮ 'ਚ ਵਿਸ਼ਵਾਸ ਰੱਖਦੇ ਹਨ। ਨਿਊਯਾਰਕ ਪੋਸਟ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਨੂੰ ਹਮੇਸ਼ਾ ਵੀਜ਼ਾ ਪਸੰਦ ਆਇਆ ਹੈ। ਮੈਂ ਹਮੇਸ਼ਾ ਇਸ ਵੀਜ਼ੇ ਦੇ ਹੱਕ ਵਿੱਚ ਰਿਹਾ ਹਾਂ, ਇਸ ਲਈ ਸਾਡੇ ਕੋਲ ਇਹ ਹਨ। ਉਹਨਾਂ ਨੇ ਕਿਹਾ ਕਿ ਮੇਰੀ ਜਾਇਦਾਦ ਤੇ ਬਹੁਤ ਸਾਰੇ H-1B ਵੀਜ਼ਾ ਵਾਲੇ ਲੋਕ ਹਨ। H-1B ਵਿੱਚ ਵਿਸ਼ਵਾਸ ਕਰਦਾ ਹਾਂ ਮੈਂ। ਉਹਨਾਂ ਨੇ ਕਿਹਾ ਇਸ ਨੂੰ ਕਈ ਵਾਰ ਵਰਤਿਆ ਹੈ ਅਤੇ ਇਹ ਇੱਕ ਵਧੀਆ ਪ੍ਰੋਗਰਾਮ ਹੈ। ਟਰੰਪ ਨੇ ਆਪਣੀ ਗੱਲਬਾਤ ਵਿੱਚ ਐਲੋਨ ਮਸਕ, ਵਿਵੇਕ ਰਾਮਾਸਵਾਮੀ, ਸ਼੍ਰੀ ਰਾਮ ਕ੍ਰਿਸ਼ਨਨ ਅਤੇ ਡੇਵਿਡ ਸਾਕਸ ਦੇ ਵਿਚਾਰਾਂ ਦਾ ਸਮਰਥਨ ਕੀਤਾ। ਇਸ ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਟਰੰਪ ਦੀ ਟੀਮ 'ਚ ਵੰਡ ਹੈ। ਇਸ ਤੋਂ ਪਹਿਲਾਂ ਡੋਨਲਡ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ H-1B ਵੀਜ਼ਾ ਪ੍ਰੋਗਰਾਮ ਦੀ ਆਲੋਚਨਾ ਕੀਤੀ ਸੀ ਅਤੇ ਇਸ ਤੱਕ ਪਹੁੰਚ ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਇਸ ਵਾਰ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਅਮਰੀਕੀ ਕਾਲਜ ਜਾਂ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ ਤਾਂ ਉਸ ਨੂੰ ਆਪਣੇ ਆਪ ਹੀ ਗ੍ਰੀਨ ਕਾਰਡ ਮਿਲ ਜਾਣਾ ਚਾਹੀਦਾ ਹੈ। ਟਰੰਪ ਦੇ H-1B ਰੁਖ 'ਚ ਬਦਲਾਅ ਨੇ ਵਿਵਾਦ ਨੂੰ ਹੋਰ ਵਧਾ ਦਿੱਤਾ ਕਿਉਂਕਿ ਟਰੰਪ ਪ੍ਰਸ਼ਾਸਨ H-1B ਵੀਜ਼ਾ ਪ੍ਰੋਗਰਾਮ 'ਚ ਕੁਝ ਬਦਲਾਅ ਲਿਆ ਸਕਦਾ ਹੈ, ਜਿਸ ਰਾਹੀਂ ਕੰਪਨੀਆਂ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਦੀਆਂ ਹਨ। ਡੋਨਲਡ ਟਰੰਪ ਨੇ ਇਸ ਵੀਜ਼ਾ ਪ੍ਰੋਗਰਾਮ ਦੇ ਵਿਸਤਾਰ ਦੀ ਮੰਗ ਕੀਤੀ ਹੈ, ਜੋ ਅਮਰੀਕਾ ਫਸਟ ਨੀਤੀ ਦੇ ਸਮਰਥਕਾਂ ਲਈ ਚਿੰਤਾ ਦਾ ਵਿਸ਼ਾ ਹੈ। ਵਿਵੇਕ ਰਾਮਾਸਵਾਮੀ ਨੇ ਵੀ ਇਸ ਦਾ ਸਮਰਥਨ ਕੀਤਾ। ਐਲੋਨ ਮਸਕ ਨੂੰ H-1B ਵੀਜ਼ਾ ਨੂੰ ਲੈ ਕੇ ਕਈ ਟਰੰਪ ਸਮਰਥਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਮਸਕ ਨੇ ਹੁਣ ਅਜਿਹਾ ਜਵਾਬ ਦਿੱਤਾ ਹੈ ਜਿਸ ਨੂੰ ਰੁੱਖਾ ਮੰਨਿਆ ਜਾ ਸਕਦਾ ਹੈ। ਉਸਨੇ ਆਪਣੇ ਵਿਰੋਧੀਆਂ ਲਈ F ਸ਼ਬਦ ਦੀ ਵਰਤੋਂ ਕੀਤੀ ਹੈ
ਇੱਕ ਟਵੀਟ ਦੇ ਜਵਾਬ 'ਚ ਉਸਨੇ ਲਿਖਿਆ, ਮੈਂ ਅਮਰੀਕਾ ਵਿੱਚ ਹਾਂ ਅਤੇ ਮੇਰੇ ਨਾਲ ਬਹੁਤ ਸਾਰੇ ਮਹੱਤਵਪੂਰਨ ਲੋਕ ਹਨ ਜਿਨ੍ਹਾਂ ਨੇ SpaceX, ਟੈਸਲਾ ਅਤੇ ਸੈਂਕੜੇ ਹੋਰ ਕੰਪਨੀਆਂ ਬਣਾਈਆਂ ਹਨ ਜਿਨ੍ਹਾਂ ਨੇ ਅਮਰੀਕਾ ਨੂੰ ਮਜ਼ਬੂਤ ਬਣਾਇਆ ਹੈ। ਇਸ ਦਾ ਕਾਰਨ H1B ਹੈ। ਉਹਨਾਂ ਨੇ ਅੱਗੇ ਕਿਹਾ, ਮੈਂ ਇਸ ਮੁੱਦੇ ਲਈ ਜੰਗ ਛੇੜਨ ਲਈ ਤਿਆਰ ਹਾਂ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਡੋਨਲਡ ਟਰੰਪ ਜਨਵਰੀ 'ਚ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਬ੍ਰਿਟੇਨ ਦਾ ਦੌਰਾ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹਨਾਂ ਦੇ ਦੌਰੇ ਦੀ ਮੇਜ਼ਬਾਨੀ ਬ੍ਰਿਟਿਸ਼ ਸ਼ਾਹੀ ਪਰਿਵਾਰ ਵੱਲੋਂ ਕੀਤੀ ਜਾਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਬ੍ਰਿਟਿਸ਼ ਸ਼ਾਹੀ ਪਰਿਵਾਰ ਦੂਜੀ ਵਾਰ ਕਿਸੇ ਅਮਰੀਕੀ ਰਾਸ਼ਟਰਪਤੀ ਦੀ ਮੇਜ਼ਬਾਨੀ ਕਰੇਗਾ। ਦ ਟੈਲੀਗ੍ਰਾਫ ਦੀ ਰਿਪੋਰਟ ਦੇ ਅਨੁਸਾਰ ਡਾਊਨਿੰਗ ਸਟਰੀਟ ਅਤੇ ਵਿਦੇਸ਼ ਦਫ਼ਤਰ ਡੋਨਲਡ ਟਰੰਪ ਦੇ ਵਾਈਟ ਹਾਊਸ ਵਾਪਸ ਆਉਣ ਤੋਂ ਬਾਅਦ ਜਨਵਰੀ ਵਿੱਚ ਸੱਦਾ ਦੇਣ ਦੀ ਤਿਆਰੀ ਕਰ ਰਹੇ ਹਨ। ਦ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਵਾਈਟ ਹਾਊਸ ਦੇ ਇੱਕ ਸੀਨੀਅਰ ਸੂਤਰ ਨੇ ਕਿਹਾ ਕਿ ਟਰੰਪ ਦੇ ਸ਼ਾਹੀ ਪਰਿਵਾਰ ਨਾਲ ਚੰਗੇ ਸਬੰਧ ਹਨ। ਅੱਗੇ ਕਿਹਾ ਗਿਆ ਕਿ ਦੇਖੋ ਕਿ ਉਸ ਨੇ ਆਪਣੀ ਆਖਰੀ ਯਾਤਰਾ ਦੀ ਆਪਣੀ ਫੋਟੋ ਐਲਬਮ ਬਣਾਈ ਹੈ। ਅਸੀਂ ਇਸ ਨੂੰ ਦੁਹਰਾਉਣਾ ਚਾਹਾਂਗੇ। ਅੱਗੇ ਦੱਸਿਆ ਕਿ ਹੁਣ ਬ੍ਰਿਟੇਨ 'ਚ ਸ਼ਾਹੀ ਪਰਿਵਾਰ ਅਤੇ ਸਰਕਾਰ ਦੋਹਾਂ 'ਚ ਬਦਲਾਅ ਆਇਆ ਹੈ। ਇਸ ਦਾ ਮਤਲਬ ਹੈ ਕਿ ਦੂਜੀ ਰਾਜ ਫੇਰੀ ਪੂਰੀ ਤਰ੍ਹਾਂ ਢੁਕਵੀਂ ਹੈ। ਬ੍ਰਿਟਿਸ਼ ਡਿਪਲੋਮੈਟਾਂ ਨੂੰ ਉਮੀਦ ਹੈ ਕਿ ਸ਼ਾਹੀ ਪਰਿਵਾਰ ਲਈ ਟਰੰਪ ਦੀ ਪ੍ਰਸ਼ੰਸਾ ਨਾਲ ਬ੍ਰਿਟੇਨ ਅਤੇ ਅਮਰੀਕਾ ਵਿਚਾਲੇ ਸੰਬੰਧ ਮਜ਼ਬੂਤ ਹੋਣਗੇ। ਚੁਣੇ ਗਏ ਰਾਸ਼ਟਰਪਤੀ ਨੂੰ ਪਹਿਲਾਂ 2019 ਵਿੱਚ 3 ਦਿਨਾਂ ਰਾਜ ਦੌਰੇ ਤੇ ਬ੍ਰਿਟੇਨ ਬੁਲਾਇਆ ਗਿਆ ਸੀ, ਜਿਸ ਦੌਰਾਨ ਉਸਨੇ ਮਰਹੂਮ ਮਹਾਰਾਣੀ ਐਲਿਜ਼ਾਬੈਥ ਨਾਲ ਭੋਜਨ ਕੀਤਾ ਸੀ। ਉਸ ਫੇਰੀ ਦੌਰਾਨ ਐਲਿਜ਼ਾਬੈਥ ਨੇ ਟਰੰਪ ਨੂੰ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਜਲਦੀ ਹੀ ਇਸ ਦੇਸ਼ ਵਿੱਚ ਦੁਬਾਰਾ ਆਵੋਗੇ। ਅਮਰੀਕਾ ਇਨੀ ਦਿਨੀ ਮੌਸਮ ਦੀ ਮਾਰ ਚੱਲ ਰਿਹਾ ਹੈ। ਸ਼ਨੀਵਾਰ ਨੂੰ ਅਮਰੀਕਾ 'ਚ ਤੂਫਾਨ ਅਤੇ ਬਰਫ਼ਬਾਰੀ ਕਾਰਨ ਹਜ਼ਾਰਾਂ ਉਡਾਨਾਂ ਜਾਂ ਤਾਂ ਦੇਰੀ ਨਾਲ ਚੱਲੀਆਂ ਜਾਂ ਰੱਦ ਹੋਈਆਂ। ਇਸ ਕਾਰਨ ਛੁੱਟੀਆਂ ਦੇ ਇਸ ਸੀਜ਼ਨ ਦੌਰਾਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਖਣ ਪੂਰਬ ਵਿੱਚ ਘਾਤਕ ਤੂਫਾਨ ਅਤੇ ਪੱਛਮੀ ਤੱਟ ਦੇ ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਕਾਰਨ ਦੇਸ਼ ਭਰ ਵਿੱਚ 7,000 ਤੋਂ ਵੱਧ ਉਡਾਨਾਂ ਦੇਰੀ ਜਾਂ ਰੱਦ ਹੋਈਆਂ। ਫਲਾਈਟ ਟਰੈਕਿੰਗ ਸਾਈਟ ਫਲਾਈਟ ਅਵੇਅਰ ਦੇ ਮੁਤਾਬਕ 200 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਟਲਾਂਟਾ ਦੇ ਹਾਰਟਸਫੀਲਡ ਜੈਕਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲਗਭਗ 1/3 ਉਡਾਨਾਂ ਦੇਰੀ ਨਾਲ ਅਤੇ ਡਲਾਸ ਫੋਰਟ ਵਰਥ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅਤੇ ਹਿਊਸਟਨ ਦੇ ਜਾਰਜ ਬੁਸ਼ ਇੰਟਰਕੌਂਟੀਨੈਂਟਲ ਹਵਾਈ ਅੱਡੇ ਤੇ ਆਉਣ ਵਾਲੀਆਂ ਲਗਭਗ ਅੱਧੀਆਂ ਉਡਾਨਾਂ ਵਿੱਚ ਦੇਰੀ ਹੋਈ। ਨੈਸ਼ਨਲ ਵੈਦਰ ਸਰਵਿਸ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ਨੀਵਾਰ ਨੂੰ ਅਮਰੀਕਾ ਦੇ ਦੱਖਣ ਪੂਰਬੀ ਰਾਜਾਂ ਟੈਕਸਾਸ, ਲੁਈਸਿਆਨਾ ਅਤੇ ਮਿਸੀਸਿਪੀ ਵਿੱਚ ਘੱਟੋ-ਘੱਟ 10 ਤੂਫਾਨ ਆਏ, ਜਿਸ ਵਿੱਚ ਹਿਊਸਟਨ ਨੇੜੇ ਇੱਕ ਵਿਅਕਤੀ ਦੀ ਮੌਤ ਹੋ ਗਈ। ਨੈਸ਼ਨਲ ਵੈਦਰ ਸਰਵਿਸ ਦੇ ਹਰੀਕੇਨ ਪੂਰਵ ਅਨੁਮਾਨ ਕੇਂਦਰ ਦੇ ਅਨੁਸਾਰ ਇਹ ਗਿਣਤੀ ਵਧੇਗੀ। ਕਈ ਘਰ ਅਤੇ ਸਕੂਲ ਬੁਰੀ ਤਰ੍ਹਾਂ ਨਾਲ ਨੁਕਸਾਨੇ ਹੋਏ ਹਨ ਜਾਂ ਤਬਾਹ ਹੋ ਚੁੱਕੇ ਹਨ। ਸੋਸ਼ਲ ਮੀਡੀਆ ਤੇ ਤਸਵੀਰਾਂ 'ਚ ਘਰਾਂ ਦੇ ਖੰਡਰ ਅਤੇ ਟੁੱਟੇ ਦਰੱਖਤ ਅਤੇ ਸੜਕਾਂ ਤੇ ਅਤੇ ਲਾਨ ਤੇ ਬਿਜਲੀ ਦੇ ਖੰਭੇ ਦਿਖਾਈ ਦੇ ਰਹੇ ਹਨ। ਪੱਛਮ ਵੱਲ ਕੈਲੀਫੋਰਨੀਆ ਦੇ ਤਾਹੋ ਬੈਸੀਨ ਦੇ ਉੱਚੇ ਇਲਾਕਿਆਂ ਵਿੱਚ 150 ਮੀਲ ਪ੍ਰਤੀ ਘੰਟਾ ਅਤੇ ਹੇਠਲੇ ਖੇਤਰਾਂ ਵਿੱਚ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਅਤੇ ਸੈਨ ਫਰਾਂਸਿਸਕੋ ਤੋਂ ਪੋਰਟਲੈਂਡ, ਓਰੇਗਨ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ। ਅਮਰੀਕੀ ਮੌਸਮ ਵਿਭਾਗ ਨੇ ਨਵੇਂ ਸਾਲ ਦੀ ਸ਼ਾਮ ਤੋਂ ਪਹਿਲਾਂ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਨਾਲ ਹੀ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਅਤੇ ਇਸ ਕਾਰਨ ਵੱਡੇ ਪੱਧਰ ਤੇ ਬਿਜਲੀ ਖਰਾਬ ਹੋਣ ਦੀ ਸੰਭਾਵਨਾ ਹੈ। ਮਸ਼ਹੂਰ ਅਦਾਕਾਰਾ ਅਤੇ ਮਾਡਲ ਡੇਲ ਹੇਡਨ ਦੀ ਅਮਰੀਕਾ ਦੇ ਪੈਂਸਿਲਵੇਨੀਆ ਵਿੱਚ ਇੱਕ ਘਰ ਵਿੱਚ ਸ਼ੱਕੀ ਹਾਲਤ 'ਚ ਮੌਤ ਹੋ ਗਈ। ਪੁਲਿਸ ਮੁਤਾਬਕ ਹੇਡਨ ਦੀ ਮੌਤ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋਣ ਕਾਰਨ ਹੋਈ ਹੈ। ਉਹ 74 ਸਾਲਾਂ ਦੀ ਸੀ। ਦਰਅਸਲ ਬਕਸ ਕਾਉਂਟੀ ਦੇ ਅਧਿਕਾਰੀਆਂ ਨੂੰ ਸਵੇਰੇ ਸੂਚਿਤ ਕੀਤਾ ਗਿਆ ਸੀ ਕਿ ਸੋਲੇਬਰੀ ਟਾਊਨਸ਼ਿਪ ਦੇ ਇੱਕ ਘਰ ਵਿੱਚ ਇੱਕ ਵਿਅਕਤੀ ਬੇਹੋਸ਼ ਪਾਇਆ ਗਿਆ ਹੈ। ਬੇਹੋਸ਼ ਹੋਏ 74 ਸਾਲਾਂ ਦੀ ਵਿਅਕਤੀ ਦੀ ਪਛਾਣ ਵਾਲਟਰ ਜੇ ਬਲੂਕਾਸ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੇਡਨ ਘਰ ਦੀ ਦੂਜੀ ਮੰਜ਼ਲ ਤੇ ਬੈਡਰੂਮ 'ਚ ਮ੍ਰਿਤਕ ਪਾਈ ਗਈ ਸੀ। ਪੁਲਿਸ ਮੁਤਾਬਕ ਨਿਊ ਹੋਪ ਈਗਲ ਵਲੰਟੀਅਰ ਫਾਇਰ ਕੰਪਨੀ ਵੀ ਮੌਕੇ ਤੇ ਸੀ ਅਤੇ ਉਸਨੇ ਘਰ ਵਿੱਚ ਉੱਚ ਪੱਧਰੀ ਕਾਰਬਨ ਮੋਨੋਆਕਸਾਈਡ ਗੈਸ ਦੀ ਪੱਧਰ ਪਾਇਆ। ਕਾਰਬਨ ਮੋਨੋਆਕਸਾਈਡ ਦੇ ਸੰਪਰਕ ਵਿੱਚ ਆਉਣ ਕਾਰਨ 2 ਡਾਕਟਰ ਅਤੇ ਇੱਕ ਪੁਲਿਸ ਅਧਿਕਾਰੀ ਵੀ ਬੇਹੋਸ਼ ਹੋ ਗਏ। ਇਸ ਮਾਮਲੇ ਦੀ ਫਿਲਹਾਲ ਸੋਲਬਰੀ ਟਾਊਨਸ਼ਿਪ ਪੁਲਿਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਗੈਸ ਹੀਟਿੰਗ ਸਿਸਟਮ ਤੇ ਗੰਦੀ ਚਿਮਨੀ ਅਤੇ ਐਗਜ਼ੌਸਟ ਪਾਈਪ ਕਾਰਨ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋਈ ਹੈ। ਦੱਖਣੀ ਕੋਰੀਆ ਦੇ ਇੱਕ ਹਵਾਈ ਅੱਡੇ ਤੇ ਉਤਰਦੇ ਸਮੇਂ ਇੱਕ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 62 ਹੋ ਗਈ ਹੈ।
ਐਮਰਜੈਂਸੀ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਹਵਾਈ ਅੱਡੇ ਤੇ ਉਤਰਦੇ ਸਮੇਂ ਜਹਾਜ਼ ਰਨਵੇ ਤੋਂ ਅਚਾਨਕ ਫਿਸਲ ਗਿਆ ਅਤੇ ਇੱਕ ਵਾੜ ਨਾਲ ਟਕਰਾ ਗਿਆ, ਜਿਸ ਨਾਲ ਜ਼ੋਰਦਾਰ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਐਮਰਜੈਂਸੀ ਦਫ਼ਤਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅੱਗ ਤੇ ਲਗਭਗ ਕਾਬੂ ਪਾ ਲਿਆ ਗਿਆ ਹੈ ਅਤੇ ਬਚਾਅ ਅਧਿਕਾਰੀ ਦੱਖਣੀ ਸ਼ਹਿਰ ਮੁਆਨ ਦੇ ਹਵਾਈ ਅੱਡੇ ਤੇ ਜੈਜੂ 에ਅਰ ਦੇ ਯਾਤਰੀ ਜਹਾਜ਼ ਤੋਂ ਯਾਤਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਕਿਹਾ, ਜਹਾਜ਼ ਬੈਂਕਾਕ ਤੋਂ 181 ਲੋਕਾਂ ਨੂੰ ਲੈ ਕੇ ਵਾਪਸ ਆ ਰਿਹਾ ਸੀ। ਨੈਸ਼ਨਲ ਫਾਇਰ ਏਜੰਸੀ ਨੇ ਦੱਸਿਆ ਕਿ ਜਹਾਜ਼ 'ਚ ਸਵਾਰ ਕੁੱਲ 62 ਲੋਕ ਮ੍ਰਿਤਕ ਪਾਏ ਗਏ। ਡੋਨਾਲਡ ਟਰੰਪ ਦੇ ਸਮਰਥਨ 'ਚ ਖੁੱਲ੍ਹ ਕੇ ਬੋਲਣ ਵਾਲੀ ਸੱਜੇ ਪੱਖੀ ਸਿਆਸੀ ਕਾਰਕੁਨ ਅਤੇ ਇਨਫਲੂਐਂਸਰ ਲੋਰਾ ਲੂਮਰ ਨੇ ਐਲੋਨ ਮਸਕ ਤੇ ਵੱਡਾ ਹਮਲਾ ਕੀਤਾ ਹੈ। ਉਸਨੇ ਅਮਰੀਕੀ ਤਕਨੀਕੀ ਖੇਤਰ ਵਿੱਚ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਤੇ ਐਲੋਨ ਮਸਕ ਦੀ ਵਕਾਲਤ ਤੇ ਇਤਰਾਜ਼ ਜਤਾਇਆ ਹੈ। ਉਧਰ ਹੀ ਲੂਮਰ ਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਇਸ ਸੰਬੰਧੀ ਆਪਣੇ ਵਿਚਾਰ ਵੀ ਪ੍ਰਗਟ ਕੀਤੇ। ਲੂਮਰ ਨੇ ਮਸਕ ਤੇ ਡੋਨਾਲਡ ਟਰੰਪ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਅਤੇ ਵਿਵੇਕ ਰਾਮਾਸਵਾਮੀ ਦੇ ਨਾਲ ਮਸਕ ਦੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਪ੍ਰੋਜੈਕਟ ਨੂੰ ਵਿਅਰਥ ਪ੍ਰੋਜੈਕਟ ਦੱਸਿਆ। ਲੂਮਰ ਦਾ ਗੁੱਸਾ ਇੱਥੇ ਹੀ ਖਤਮ ਨਹੀਂ ਹੋਇਆ। ਉਹਨਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਟਰੰਪ ਅਤੇ ਮਸਕ ਵਿਚਾਲੇ ਜਲਦੀ ਹੀ ਮਤਭੇਦ ਸ਼ੁਰੂ ਹੋ ਜਾਣਗੇ। ਹਾਲਾਂਕਿ ਐਲੋਨ ਮਸਕ ਨੇ ਲੂਮਰ ਦੇ ਦੋਸ਼ਾਂ ਨੂੰ ਟ੍ਰੋਲ ਦੇ ਤੌਰ ਤੇ ਖਾਰਜ ਕਰ ਦਿੱਤਾ, ਪਰ ਲੂਮਰ ਨੇ ਹਮਲਾ ਕਰਨਾ ਜਾਰੀ ਰੱਖਿਆ। ਲੋਰਾ ਲੂਮਰ ਨੇ ਨਸਲਵਾਦੀ ਅਤੇ ਸਮਗਲਿੰਗ ਅਪਸ਼ਬਦਾਂ ਦਾ ਸਹਾਰਾ ਲੈ ਕੇ ਅਤੇ ਕਿਹਾ ਕਿ ਮਸਕ ਚੀਨ ਦਾ ਮੋਹਰਾ ਹੈ। ਉਸਨੇ ਮੇਗਾ 'ਚ ਜਗ੍ਹਾ ਖਰੀਦਣ ਦਾ ਦੋਸ਼ ਵੀ ਲਗਾਇਆ ਹੈ। ਲੂਮਰ ਨੇ ਐਕਸ ਤੇ ਲਿਖਿਆ ਕਿ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਬਾਈਡਨ ਨੂੰ ਵੋਟ ਦਿੱਤੀ ਸੀ ਅਤੇ ਕਿਹਾ ਸੀ ਕਿ ਟਰੰਪ ਬਹੁਤ ਬੁੱਢਾ ਹੋ ਗਿਆ। ਹਰ ਕੋਈ ਜਾਣਦਾ ਹੈ ਕਿ ਤੁਸੀਂ ਦਾਨ ਇਸ ਲਈ ਦਿੱਤਾ ਸੀ ਤਾਂ ਜੋ ਤੁਸੀਂ ਇਮੀਗ੍ਰੇਸ਼ਨ ਨੀਤੀ ਨੂੰ ਪ੍ਰਭਾਵਿਤ ਕਰ ਸਕੋ ਅਤੇ ਆਪਣੇ ਦੋਸਤ ਸ਼ੀ ਜਿਨਪਿੰਗ ਨੂੰ ਬਚਾ ਸਕੋ। ਲੂਮਰ ਨੇ ਅੱਗੇ ਲਿਖਿਆ ਕਿ ਉਹ 5ਵੇਂ ਪੜਾਅ ਦਾ ਸਟੀਲਰ ਹੈ। ਉਸਨੇ ਟਰੰਪ ਦਾ ਸਾਈਡ ਪੀਸ ਬਣਨ ਦੀ ਪੂਰੀ ਕੋਸ਼ਿਸ਼ ਕੀਤੀ। ਲੂਮਰ ਨਸਲਵਾਦੀ ਅਤੇ ਇਸਲਾਮੋਫੋਬਿਕ ਹੈ ਅਤੇ ਇਸ ਲਈ ਉਹ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਕਰ ਰਹੀ ਹੈ। ਮਸਕ ਤੇ ਹਮਲਾ ਕਰਦੇ ਹੋਏ ਉਹਨਾਂ ਨੇ ਚੀਨ ਅਤੇ ਭਾਰਤੀ ਪ੍ਰਵਾਸੀਆਂ ਨਾਲ ਆਪਣੇ ਸਬੰਧਾਂ ਦਾ ਵੀ ਜ਼ਿਕਰ ਕੀਤਾ। ਲੋਰਾ ਲੂਮਰ ਨੇ ਕਿਹਾ, ਤਕਨੀਕੀ ਅਰਬਪਤੀਆਂ ਨੂੰ ਸਿਰਫ ਮਾਰੇ ਲਾਗੋ ਜਾਣ, ਆਪਣੀਆਂ ਚੈੱਕਬੁੱਕਾਂ ਨੂੰ ਦਬਾਉਣ ਅਤੇ ਇਮੀਗ੍ਰੇਸ਼ਨ ਨੀਤੀ ਨੂੰ ਮੁੜ ਲਿਖਣਾ ਨਹੀਂ ਮਿਲਦਾ ਤਾਂ ਜੋ ਉਹ ਚੀਨ ਅਤੇ ਭਾਰਤ ਤੋਂ ਅਸੀਮਤ ਗੁਲਾਮ ਮਜ਼ਦੂਰੀ ਪ੍ਰਾਪਤ ਕਰ ਸਕਣ। ਉਹਨੇ ਕਿਹਾ, ਮੈਂ ਨਸਲਵਾਦੀ ਕਹੇ ਜਾਣ ਬਾਰੇ ਚਿੰਤਿਤ ਨਹੀਂ ਹਾਂ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਜ਼ਾਕਿਸਤਾਨ ਦੇ ਜਹਾਜ਼ ਹਾਦਸੇ ਲਈ ਮਾਫੀ ਮੰਗੀ ਹੈ। ਰੂਸ ਨੇ ਇਸ ਹਾਦਸੇ ਨੂੰ ਦੁਖਦਾਈ ਘਟਨਾ ਦੱਸਦਿਆਂ ਕਿਹਾ, ਜਦੋਂ ਇਹ ਹਾਦਸਾ ਵਾਪਰਿਆ ਤਾਂ 에ਅਰ ਡਿਫੈਂਸ ਯੂਕਰੇਨ ਦੇ ਡਰੋਨ ਹਮਲਿਆਂ ਦਾ ਜਵਾਬ ਦੇ ਰਿਹਾ ਸੀ। ਇਸ ਤੋਂ ਪਹਿਲਾਂ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਪੁਤਿਨ ਨੂੰ ਕਿਹਾ ਸੀ ਕਿ ਰੂਸੀ ਹਵਾਈ ਖੇਤਰ ਵਿੱਚ ਬਾਹਰੀ ਦਖਲ-ਅੰਦਾਜ਼ੀ ਹੈ। ਫਿਰ ਜਹਾਜ਼ ਨੇ ਕੰਟਰੋਲ ਗਵਾ ਦਿੱਤਾ ਅਤੇ ਅਕਤਾਊ ਵੱਲ ਮੁੜਨਾ ਪਿਆ। ਫਲਾਈਟ ਬੁੱਧਵਾਰ ਨੂੰ ਕਜ਼ਾਕਿਸਤਾਨ ਦੇ ਅਕਤਾਊ 'ਚ ਹਾਦਸਾਗ੍ਰਸਤ ਹੋਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੌਰਾਨ ਯੂਕਰੇਨ ਖੇਤਰ 'ਚ ਡਰੋਨ ਹਮਲੇ ਕਰ ਰਿਹਾ ਸੀ, ਜਿਸ ਦਾ ਰੂਸੀ 에ਅਰ ਡਿਫੈਂਸ ਜਵਾਬ ਦੇ ਰਿਹਾ ਸੀ। ਹਾਦਸੇ ਤੋਂ ਬਾਅਦ ਜਾਰੀ ਕੀਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਰਿਹਾ ਸੀ ਕਿ ਜਹਾਜ਼ ਦੀ ਬੋਡੀ 'ਚ ਛੋਟੇ-ਛੋਟੇ ਛੇਕ ਹਨ, ਜੋ ਸ਼ਾਇਦ ਮਿਜ਼ਾਈਲ ਦੇ ਟੁਕੜਿਆਂ ਕਾਰਨ ਹੋਏ ਸਨ। ਇਸ ਹਾਦਸੇ ਵਿੱਚ 2 ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਸਮੇਤ 38 ਲੋਕ ਮਾਰੇ ਗਏ ਸਨ। ਹਾਦਸੇ ਤੋਂ ਬਾਅਦ ਅਜ਼ਰਬਾਈਜਾਨ 에ਅਰਲਾਈਨਸ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਅਤੇ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਰੂਸੀ ਹਵਾਈ ਰੱਖਿਆ ਨੇ ਗਲਤੀ ਨਾਲ ਜਹਾਜ਼ ਤੇ ਹਮਲਾ ਕਰ ਦਿੱਤਾ ਸੀ। ਇਹ ਹਮਲਾ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਨਾਲ ਕੀਤਾ ਗਿਆ। ਹੁਣ ਰੂਸ ਨੇ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਕਰ ਲਿਆ, ਜੋ ਪਹਿਲਾਂ ਯੂਕਰੇਨ ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਯੂਕਰੇਨ ਨੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਜਾਂਚ ਦੀ ਮੰਗ ਕੀਤੀ ਹੈ। ਪੁਤਿਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਦੁਖਦਾਈ ਘਟਨਾ ਲਈ ਮਾਫੀ ਮੰਗੀ ਹੈ ਅਤੇ ਇੱਕ ਵਾਰ ਫਿਰ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਬਿਆਨ ਵਿੱਚ ਰੂਸ ਨੇ ਕਿਹਾ ਕਿ ਉਸ ਸਮੇਂ ਯੂਕਰੇਨ ਗ੍ਰੋਜ਼ਨੀ, ਮੋਜ਼ਦੋਕ ਅਤੇ ਵਲਾਦੀਕਾਵਕਾਜ਼ ਖੇਤਰਾਂ ਵਿੱਚ ਡਰੋਨ ਹਮਲੇ ਕਰ ਰਿਹਾ ਸੀ, ਜਿਸ ਦਾ ਹਵਾਈ ਰੱਖਿਆ ਜਵਾਬ ਦੇ ਰਿਹਾ ਸੀ ਔਰ ਇਸੇ ਸਮੇਂ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ। ਟੈਕਸਾਸ ਅਤੇ ਮਿਸੀਸਿਪੀ ਵਿੱਚ ਆਏ ਕਈ ਤੂਫਾਨਾਂ ਵਿੱਚ ਘੱਟੋ-ਘੱਟ 2 ਲੋਕਾਂ ਦੀ ਹੁਣ ਮੌਤ ਹੋ ਗਈ ਹੈ ਅਤੇ 6 ਹੋਰ ਜ਼ਖਮੀ ਹੋ ਗਏ। ਤੂਫਾਨ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਵਾਹਨ ਪਲਟ ਗਏ। ਬ੍ਰਾਜ਼ੋਰੀਆ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਬੁਲਾਰੇ ਮੈਡੀਸਨ ਪੋਲਸਟਨ ਨੇ ਕਿਹਾ ਕਿ ਹਿਊਸਟਨ ਦੇ ਦੱਖਣ ਵਿੱਚ ਲਿਵਰਪੂਲ ਖੇਤਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।
ਪੁਲਿਸ ਨੇ ਕਿਹਾ ਕਿ ਲਿਵਰਪੂਲ ਅਤੇ ਹਿਲਕ੍ਰੈਸਟ ਵਿਲੇਜ ਅਤੇ ਐਲਵਿਨ ਦੇ ਵਿਚਕਾਰ ਕਾਉਂਟੀ ਦੇ ਕਈ ਸਥਾਨ ਤੂਫਾਨ ਨਾਲ ਪ੍ਰਭਾਵਿਤ ਹੋਏ ਹਨ। ਉਹਨਾਂ ਨੇ ਕਿਹਾ ਹੁਣ ਤੱਕ ਅਧਿਕਾਰੀਆਂ ਨੂੰ 10 ਨੁਕਸਾਨੇ ਗਏ ਘਰਾਂ ਬਾਰੇ ਪਤਾ ਲੱਗਾ ਹੈ, ਪਰ ਉਹ ਅਜੇ ਵੀ ਨੁਕਸਾਨ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ। ਮਿਸੀਸਿਪੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਬੁਲਾਰੇ ਦੇ ਮੁਤਾਬਕ ਮਿਸੀਸਿਪੀ ਵਿੱਚ ਐਡਮਸ ਕਾਉਂਟੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਫ੍ਰੈਂਕਲਿਨ ਕਾਉਂਟੀ ਵਿੱਚ 2 ਲੋਕ ਜ਼ਖਮੀ ਹੋ ਗਏ ਹਨ। ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਕਿ ਬੁਡੇ ਅਤੇ ਬ੍ਰੈਡਨ ਸ਼ਹਿਰ ਦੇ ਆਲੇ-ਦੁਆਲੇ ਤੂਫਾਨਾਂ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ। ਅਮਰੀਕਾ ਦੇ ਨਿਊਯਾਰਕ ਸੂਬੇ ਦੀ ਇੱਕ ਜੇਲ੍ਹ ਵਿੱਚ ਪ੍ਰਿਜ਼ਨ ਗਾਰਡਸ ਵੱਲੋਂ ਇੱਕ ਕੈਦੀ ਦਾ ਕਥਿਤ ਤੌਰ ਤੇ ਕੁੱਟ-ਕੁੱਟ ਕੇ ਕਤਲ ਕਰਨ ਦਾ ਹੋਲਨਾਕ ਮਾਮਲਾ ਸਾਹਮਣੇ ਆਇਆ ਹੈ। ਓਨਾਈਡਾ ਕਾਉਂਟੀ ਦੀ ਮਾਰਸੀ ਕਰੈਕਸ਼ਨ ਫੈਸਿਲਿਟੀ ਵਿਖੇ 43 ਸਾਲ ਦੇ ਰੋਬਰਟ ਬਰੁਕਸ ਦੀ ਮੌਤ ਨਾਲ ਸੰਬੰਧਿਤ ਤਸਵੀਰਾਂ ਜਨਤਕ ਕਰ ਦਿੱਤੀਆਂ ਗਈਆਂ, ਜਿਨ੍ਹਾਂ ਰਾਹੀਂ ਮਾਮਲਾ ਸਪਸ਼ਟ ਹੋ ਜਾਂਦਾ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਮੁਤਾਬਕ 13 ਜੇਲ੍ਹ ਅਫਸਰਾਂ ਅਤੇ ਇੱਕ ਨਰਸ ਵਿਰੁੱਧ ਦੋਸ਼ ਲੱਗੇ ਹਨ, ਜਿਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ। ਸੂਬੇ ਦੀ ਅਟਾਰਨੀ ਜਨਰਲ ਲੈਟੀਸ਼ੀਆ ਜੇਮਸ ਵੱਲੋਂ ਘਟਨਾ ਦੀ ਵੀਡੀਓ ਫੁਟੇਜ ਜਨਤਕ ਕੀਤੀ ਗਈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਰਹਿਮੀ ਦੇ ਨਾਲ ਬਰੁਕਸ ਦੇ ਚਿਹਰੇ ਅਤੇ ਬੱਕੀਆਂ ਤੇ ਵਾਰ ਕੀਤੇ ਜਾ ਰਹੇ ਹਨ। ਲੈਟੀਸ਼ੀਆ ਜੇਮਸ ਨੇ ਕਿਹਾ ਹੈ ਕਿ ਪੂਰੀ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਵੀਡੀਓ ਜਨਤਕ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਵਿਚਲੇ ਕੁਝ ਦ੍ਰਿਸ਼ ਦਿਲ ਦਹਿਲਾਉਣ ਵਾਲੇ ਵੀ ਮੰਨੇ ਜਾ ਸਕਦੇ ਹਨ, ਪਰ ਲੋਕਾਂ ਸਾਹਮਣੇ ਮਾਮਲਾ ਲਿਆਉਣ ਵਾਸਤੇ ਇਹ ਜ਼ਰੂਰੀ ਹੋ ਗਿਆ। ਘਟਨਾ ਵੇਲੇ ਬਰੁਕਸ ਦੇ ਹੱਥਕੜੀਆਂ ਲੱਗੀਆਂ ਹੋਈਆਂ ਸਨ ਅਤੇ ਉਹ ਆਪਣਾ ਬਚਾਅ ਵੀ ਨਹੀਂ ਸੀ ਕਰ ਸਕਦਾ। ਕੁੱਟਮਾਰ ਦੌਰਾਨ ਉਸ ਨੂੰ ਇੱਕ ਮੇਜ਼ ਤੇ ਸੁੱਟ ਦਿੱਤਾ ਜਾਂਦਾ ਹੈ ਅਤੇ ਉਹ ਬੇਹੋਸ਼ ਹੋ ਜਾਂਦਾ ਹੈ ਤਾਂ ਇੱਕ ਅਫਸਰ ਉਸ ਦੇ ਗਿੱਟਿਆਂ ਨੂੰ ਹਿਲਾਉਂਦਾ ਹੈ। ਹਾਲ ਹੀ ਦੇ ਸਮੇਂ 'ਚ ਵੱਡੀ ਗਿਣਤੀ 'ਚ ਭਾਰਤੀ ਡਾਕਟਰ ਬ੍ਰਿਟੇਨ ਛੱਡ ਕੇ ਆਪਣੇ ਵਤਨ ਭਾਰਤ ਪਰਤ ਰਹੇ ਹਨ। ਇਹਨਾਂ ਡਾਕਟਰਾਂ ਨੇ ਬ੍ਰਿਟੇਨ 'ਚ ਆਪਣੇ ਅਨੁਭਵ ਨੂੰ ਓਵਰਵਰਕ ਯਾਨੀ ਕਿ ਜ਼ਿਆਦਾ ਕੰਮ ਦਾ ਬੋਝ ਅਤੇ ਅੰਡਰਪੇਡ ਯਾਨੀ ਘੱਟ ਤਨਖਾਹ ਦੱਸਿਆ ਹੈ। ਇਸ ਦੇ ਚਲਦੇ ਡਾਕਟਰਾਂ ਨੂੰ ਇਹ ਫੈਸਲਾ ਲੈਣ ਤੇ ਮਜਬੂਰ ਹੋਣਾ ਪਿਆ। ਪਹਿਲਾਂ ਭਾਰਤੀ ਡਾਕਟਰ ਬ੍ਰਿਟੇਨ ਨੂੰ ਬਿਹਤਰ ਤਨਖਾਹ ਅਤੇ ਮੌਕਿਆਂ ਲਈ ਇੱਕ ਆਦਰਸ਼ਕ ਥਾਂ ਮੰਨਦੇ ਸਨ, ਪਰ ਹੁਣ ਇਸ ਟ੍ਰੈਂਡ 'ਚ ਬਦਲਾਅ ਦੇਖਿਆ ਜਾ ਰਿਹਾ ਹੈ। ਭਾਰਤ 'ਚ ਮੈਡੀਕਲ ਖੇਤਰ 'ਚ ਵਧਦੇ ਨਿਵੇਸ਼ ਅਤੇ ਨਿੱਜੀ ਸਿਹਤ ਸੇਵਾਵਾਂ ਦੇ ਉਭਰਨ ਕਾਰਨ ਡਾਕਟਰ ਆਪਣੇ ਦੇਸ਼ 'ਚ ਬਿਹਤਰ ਭਵਿੱਖ ਦੇਖ ਰਹੇ ਹਨ। ਹਾਲ ਹੀ ਵਿੱਚ ਇੱਕ ਭਾਰਤੀ ਡਾਕਟਰ ਨੇ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ ਕਿ ਕਿਵੇਂ ਯੂਕੇ ਹੈਲਥ ਕੇਅਰ ਸਿਸਟਮ ਯਾਨੀ NHS ਵਿੱਚ ਕੰਮ ਕਰਦੇ ਸਮੇਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਉੱਥੇ ਵਾਪਸ ਆਉਣ ਦਾ ਫੈਸਲਾ ਕਿਉਂ ਕੀਤਾ ਹੈ। ਰੈਡਿਟ ਤੇ ਆਪਣੀ ਕਹਾਣੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਡਾਕਟਰ ਨੇ ਕਿਹਾ ਕਿ ਮੈਂ PLAB ਦੀ ਪ੍ਰੀਖਿਆ ਪਾਸ ਕੀਤੀ ਅਤੇ ਇੱਕ ਬਿਹਤਰ ਜੀਵਨ ਅਤੇ ਕੈਰੀਅਰ ਬਣਾਉਣ ਦੀ ਉਮੀਦ ਨਾਲ UK ਗਿਆ ਸੀ, ਪਰ ਉੱਥੇ ਕੁਝ ਸਮਾਂ ਬਿਤਾਉਣ ਅਤੇ ਸਿਹਤ ਸੰਭਾਲ ਅਤੇ ਆਰਥਿਕ ਸਥਿਤੀਆਂ ਦਾ ਅਨੁਭਵ ਕਰਨ ਤੋਂ ਬਾਅਦ ਉਹਨੇ ਕਿਹਾ ਕਿ ਮੈਨੂੰ ਸੱਚ ਦਾ ਪਤਾ ਲੱਗਾ। ਡਾਕਟਰ ਨੇ NHS ਵਿੱਚ ਕੰਮ ਕਰਨ ਦੀਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਕੰਮ ਦੇ ਕੰਡੇ ਬਹੁਤ ਲੰਬੇ ਹਨ ਅਤੇ ਤਨਖਾਹ ਗੁਜ਼ਾਰਾ ਕਰਨ ਲਈ ਕਾਫੀ ਨਹੀਂ ਹੈ। NHS ਵਿੱਚ ਜੂਨੀਅਰ ਡਾਕਟਰ ਕਈ ਘੰਟੇ ਕੰਮ ਕਰਦੇ ਹਨ, ਪਰ ਉਹਨਾਂ ਦੀਆਂ ਤਨਖਾਹਾਂ ਮੁਸ਼ਕਿਲ ਨਾਲ ਖਰਚਿਆਂ ਨੂੰ ਪੂਰਾ ਕਰਦੀਆਂ ਹਨ। ਡਾਕਟਰ ਅਕਸਰ ਸਰੋਤਾਂ ਦੀ ਘਾਟ ਅਤੇ ਭਾਰੀ ਕੰਮ ਦੇ ਬੋਝ ਕਾਰਨ ਤਣਾਅ ਵਿੱਚ ਰਹਿੰਦੇ ਹਨ। ਡਾਕਟਰਾਂ ਨੇ ਦੱਸਿਆ ਕਿ UK 'ਚ ਉਹਨਾਂ ਦੀ ਤਨਖਾਹ 2300 ਪੌਂਡ ਪ੍ਰਤੀ ਮਹੀਨਾ ਸੀ। ਹਾਲਾਂਕਿ ਇਹ ਤਨਖਾਹ ਕਾਗਜ਼ ਤੇ ਚੰਗੀ ਲੱਗਦੀ ਸੀ, ਪਰ ਜ਼ਿਆਦਾ ਮਹਿੰਗਾਈ ਕਾਰਨ ਇਸ 'ਚੋਂ ਕਿਰਾਇਆ, ਬਿਜਲੀ ਅਤੇ ਖਾਣ-ਪੀਣ ਦਾ ਖਰਚਾ ਕੱਢਣ ਤੋਂ ਬਾਅਦ ਕੁਝ ਖਾਸ ਬਚਤ ਨਹੀਂ ਹੋ ਪਾਉਂਦੀ ਸੀ। ਇਨ੍ਹਾਂ ਹਾਲਾਤਾਂ ਕਾਰਨ ਡਾਕਟਰ ਨੇ ਭਾਰਤ ਪਰਤਣ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਕਿ ਭਾਰਤ 'ਚ ਰਹਿਣ ਦੀ ਲਾਗਤ ਘੱਟ ਹੈ, ਜਿਵੇਂ ਕਿ ਘਰ ਦਾ ਕਿਰਾਇਆ ਅਤੇ ਨਿੱਜੀ ਸਿਹਤ ਸੇਵਾਵਾਂ ਸਸਤੀਆਂ ਹਨ। ਇਸ ਤੋਂ ਇਲਾਵਾ ਇੱਥੇ ਉਹਨਾਂ ਨੂੰ ਪੇਸ਼ੇਵਰ ਵਿਕਾਸ ਅਤੇ ਨਿੱਜੀ ਸੰਤੁਸ਼ਟੀ ਦੇ ਵਧੇਰੇ ਮੌਕੇ ਮਿਲ ਰਹੇ ਹਨ। ਡਾਕਟਰ ਨੇ ਲਿਖਿਆ, ਭਾਰਤ ਪਰਤਣਾ ਸਿਰਫ ਪੈਸੇ ਦੀ ਗੱਲ ਨਹੀਂ ਹੈ, ਸਗੋਂ ਜੀਵਨ ਦੀ ਗੁਣਵੱਤਾ ਦਾ ਮਾਮਲਾ ਵੀ ਹੈ। ਭਾਰਤ ਦੇ ਸਿਹਤ ਖੇਤਰ ਵਿੱਚ ਵੀ ਆਪਣੀਆਂ ਚੁਣੌਤੀਆਂ ਹਨ, ਪਰ ਮੈਨੂੰ ਇੱਥੇ ਵਧੇਰੇ ਸੰਤੁਲਨ ਅਤੇ ਮੌਕੇ ਮਿਲੇ। ਉਹਨਾਂ ਨੇ ਅੱਗੇ ਲਿਖਿਆ, UK ਵਿੱਚ ਆਰਥਿਕ ਖੜੋਤ, ਭਾਰੀ ਬੋਝ ਵਾਲੀ ਸਿਹਤ ਪ੍ਰਣਾਲੀ ਅਤੇ ਵਧਦੀ ਮਹਿੰਗਾਈ ਦੇ ਵਿਚਕਾਰ ਉਹਨਾਂ ਵਰਗੇ ਬਹੁਤ ਸਾਰੇ ਭਾਰਤੀ ਡਾਕਟਰ ਲਈ UK ਵਿੱਚ ਇੱਕ ਬਿਹਤਰ ਜੀਵਨ ਦਾ ਸੁਪਨਾ ਇਹਨਾਂ ਮੁਸ਼ਕਿਲ ਹਕੀਕਤਾਂ ਨਾਲ ਟਕਰਾ ਰਿਹਾ ਹੈ। ਮਾਰੀਸ਼ਸ ਨੇ ਐਲਾਨ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਸਨਮਾਨ ਵਜੋਂ ਸੂਰਜ ਡੁੱਬਣ ਤੱਕ ਸਾਰੇ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ 'ਚ ਉਸਦਾ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਤੇ ਅੱਧਾ ਝੁਕਿਆ ਵੀ ਰਿਹਾ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਪ੍ਰਾਈਵੇਟ ਸੈਕਟਰ ਨੂੰ ਵੀ ਝੰਡਾ ਅੱਧਾ ਝੁਕਾਉਣ ਦੀ ਅਪੀਲ ਕੀਤੀ। ਮਾਰੀਸ਼ਸ ਦੇ ਵਿਦੇਸ਼ ਮੰਤਰੀ ਤੰਜੇ ਰਾਮਫੁਲ ਨੇ ਦਿੱਲੀ ਆ ਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ, ਭਾਰਤ ਗਣਰਾਜ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਅੰਤਿਮ ਸੰਸਕਾਰ ਦੇ ਦਿਨ ਯਾਨੀ ਸ਼ਨੀਵਾਰ ਨੂੰ ਸੂਰਜ ਡੁੱਬਣ ਤੱਕ ਸਾਰੀਆਂ ਸਰਕਾਰੀ ਇਮਾਰਤਾਂ ਤੇ ਮਾਰੀਸ਼ਸ ਦਾ ਝੰਡਾ ਅੱਧਾ ਝੁਕਿਆ ਰਹੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਝੰਡੇ ਅੱਧੇ ਚੁੱਕੇ ਰਹਿਣ। ਭਾਰਤ ਵਿੱਚ ਆਰਥਿਕ ਸੁਧਾਰਾਂ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ ਸੀ। ਉਹ 92 ਸਾਲ ਦੇ ਸਨ। ਸਿੰਘ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਦਿੱਲੀ ਦੇ ਨਿਗਮਬੋਧ ਘਾਟ ਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਵਿਦੇਸ਼ ਮੰਤਰੀ ਐਸ ਜयशंकर ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੌਮੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਲਈ ਨਾਮਜ਼ਦ ਸੰਸਦ ਮੈਂਬਰ ਮਾਈਕਲ ਵਾਲਟਸ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇ ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਸਬੰਧਾਂ ਅਤੇ ਮੌਜੂਦਾ ਆਲਮੀ ਮੁੱਦਿਆਂ ਬਾਰੇ ਵਿਆਪਕ ਗੱਲਬਾਤ ਵੀ ਕੀਤੀ। ਜयशंकर 24 ਤੋਂ 29 ਦਸੰਬਰ ਤੱਕ ਅਧਿਕਾਰਤ ਯਾਤਰਾ ਤੇ ਅਮਰੀਕਾ ਵਿੱਚ ਹਨ। ਇਹ ਭਾਰਤ ਸਰਕਾਰ ਅਤੇ ਭਵਿੱਖ ਦੇ ਟਰੰਪ ਪ੍ਰਸ਼ਾਸਨ ਵਿਚਾਲੇ ਪਹਿਲੀ ਉੱਚ ਪੱਧਰੀ ਵਿਅਕਤੀਗਤ ਮੀਟਿੰਗ ਸੀ। ਜयशंकर ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ, ਵਾਲਟਸ ਨਾਲ ਮੁਲਾਕਾਤ ਕਰਕੇ ਬਹੁਤ ਖੁਸ਼ੀ ਹੋਈ। ਅਸੀਂ ਸਾਡੀ ਦੁਵੱਲੀ ਭਾਈਵਾਲੀ ਦੇ ਨਾਲ-ਨਾਲ ਮੌਜੂਦਾ ਆਲਮੀ ਮੁੱਦਿਆਂ ਤੇ ਵਿਆਪਕ ਗੱਲਬਾਤ ਕੀਤੀ। ਉਹਨਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ। ਵਾਲਟਸ ਜੇਕ ਸੁਲੀਵਾਨ ਦੀ ਜਗ੍ਹਾ ਕੌਮੀ ਸੁਰੱਖਿਆ ਸਲਾਹਕਾਰ ਬਣਨਗੇ। ਫਲੋਰੀਡਾ ਦੇ 6ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ 3 ਵਾਰ ਸੰਸਦ ਮੈਂਬਰ ਚੁਣੇ ਗਏ ਵਾਲਟਸ ਕਾਂਗਰੈਸ਼ਨਲ ਇੰਡੀਆ ਕਾਕਸ ਦੇ ਰਿਪਬਲਿਕਨ ਸਹਿ ਪ੍ਰਧਾਨ ਹਨ। ਇਹ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਸਭ ਤੋਂ ਵੱਡਾ ਦੇਸ਼ ਵਿਸ਼ਿਸ਼ਟ ਕਾਕਸ ਹੈ। ਵਾਲਟਸ ਨੇ ਪਿਛਲੇ ਸਾਲ ਅਗਸਤ ਵਿੱਚ ਭਾਰਤ 'ਚ ਅਮਰੀਕੀ ਸੰਸਦ ਦੇ ਵਫਦ ਦੀ ਸਹਿ ਅਗਵਾਈ ਵੀ ਕੀਤੀ ਸੀ ਅਤੇ ਉਹ ਲਾਲ ਕਿਲੇ ਵਿੱਚ ਆਜ਼ਾਦੀ ਦਿਹਾੜੇ ਸੰਬੰਧੀ ਸਮਾਰੋਹ ਵਿੱਚ ਵੀ ਸ਼ਾਮਲ ਹੋਏ ਸਨ। ਉਹ ਪ੍ਰਤੀਨਿਧੀ ਸਭਾ ਵਿੱਚ ਕਈ ਭਾਰਤ ਪੱਖੀ ਬਿੱਲਾਂ ਦੇ ਸਪਾਂਸਰ ਰਹੇ ਹਨ। ਟਰੰਪ ਨੇ 12 ਨਵੰਬਰ ਨੂੰ ਐਲਾਨ ਕੀਤਾ ਸੀ ਕਿ ਵਾਲਟਸ ਉਹਨਾਂ ਦੇ ਕੌਮੀ ਸੁਰੱਖਿਆ ਸਲਾਹਕਾਰ ਹੋਣਗੇ। ਇਸ ਤੋਂ ਪਹਿਲਾ ਦਿਨ ਵੀ ਜयशंकर ਨੇ ਦੱਸਿਆ ਕਿ ਉਹਨਾਂ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਤੇ ਭਾਰਤੀ ਕੌਂਸਲ ਜਨਰਲ ਦੀ ਟੀਮ ਨਾਲ ਕਾਫੀ ਸਮਰਥਕ 2 ਰੋਜ਼ਾ ਸੰਮੇਲਨ ਵਿੱਚ ਭਾਗ ਲਿਆ। ਉਹਨਾਂ ਨੇ ਐਕਸ ਉੱਤੇ ਲਿਖਿਆ, ਵਿਚਾਰ ਚਰਚਾ ਤੋਂ ਬਾਅਦ ਉਹਨਾਂ ਨੇ ਵਿਸ਼ਵਾਸ ਹੈ ਕਿ ਭਾਰਤ ਅਮਰੀਕਾ ਭਾਈਵਾਲੀ ਦੇ ਲਗਾਤਾਰ ਮਜ਼ਬੂਤ ਹੋਣ ਦੀ ਰਫ਼ਤਾਰ ਵਿੱਚ ਤੇਜ਼ੀ ਆਵੇਗੀ। ਬਰੈਂਪਟਨ ਤੋਂ ਲਾਪਤਾ ਭਾਰਤੀ ਨੌਜਵਾਨ ਦੀ ਭਾਲ ਵਿੱਚ ਜੁਟੀ ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਮੁਤਾਬਕ 25 ਸਾਲ ਦੇ ਰੌਨਕ ਨੂੰ ਆਖਰੀ ਵਾਰ ਬਰੈਂਪਟਨ ਦੇ ਬੋਵੇਅਰਡ ਡਰਾਈਵ ਇਲਾਕੇ ਵਿੱਚ 3 ਨਵੰਬਰ ਨੂੰ ਦੇਖਿਆ ਗਿਆ। ਪੀਲ ਰੀਜਨਲ ਪੁਲਿਸ ਨੇ ਰੌਨਕ ਦਾ ਹੁਲੀਆ ਬਿਆਨ ਕਰਦਿਆਂ ਇਹ ਕਿਹਾ ਹੈ ਕਿ ਉਸ ਦਾ ਕੱਦ 5 ਫੁੱਟ 6 ਇੰਚ, ਵਾਲ ਕਾਲੇ ਅਤੇ ਹਲਕੀ ਦਾੜੀ ਵਾਲੀ ਰੱਖੀ ਹੋਈ ਹੈ। ਰੌਨਕ ਦੀ ਤਸਵੀਰ ਜਾਰੀ ਕਰਦਿਆਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਰੌਨਕ ਦਾ ਸਰੀਰ ਦਰਮਿਆਨ ਅਤੇ ਰੰਗ ਕਣਕ ਵੰਨਾ ਦੱਸਿਆ ਜਾ ਰਿਹਾ ਹੈ। ਆਖਰੀ ਵਾਰ ਦੇਖੇ ਜਾਣ ਵੇਲੇ ਉਸਨੇ ਕਾਲੀ ਹੁੱਡੀ, ਕਾਲੀ ਜੀਨਸ ਅਤੇ ਕਾਲੇ ਸ਼ੂਜ਼ ਪਾਏ ਹੋਏ ਸਨ। ਰੌਨਕ ਦਾ ਪਰਿਵਾਰ ਅਤੇ ਪੁਲਿਸ ਉਸਦੀ ਮੁੱਖ ਸਾਂਝ ਪ੍ਰਤੀ ਚਿੰਤਿਤ ਹਨ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਰੌਨਕ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਦੇ ਨਾਲ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੋਪਰਸ ਨੂੰ ਇੱਕ ਨੰਬਰ ਜਾਰੀ ਕੀਤਾ ਗਿਆ ਜਿਸ ਤੇ ਕਾਲ ਕੀਤੀ ਜਾ ਸਕਦੀ ਹੈ। ਲੋਕਾਂ ਦੀ ਆਬਾਦੀ ਘਟਦਿਆਂ ਦੇਖ ਸਰਕਾਰ ਨੇ ਲੋਕਾਂ ਲਈ ਅਜੀਬੋ-ਗਰੀਬ ਜਿਹਾ ਆਫਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜੋ 4-4 ਬੱਚੇ ਕਰੇਗਾ ਸਰਕਾਰ ਦੀ ਤਰਫੋਂ ਉਹਨਾਂ ਨੂੰ 8 ਲੱਖ ਰੁਪਏ ਦਿੱਤੇ ਜਾਣਗੇ। ਜੀ ਹਾਂ, ਇਹ ਕੋਈ ਅਫਵਾਹ ਨਹੀਂ ਹੈ, ਸਗੋਂ ਸੱਚ ਹੈ। ਜਾਪਾਨ ਤੋਂ ਚੀਨ ਤੱਕ ਜਨਮ ਦਰ ਤੇਜ਼ੀ ਨਾਲ ਘਟ ਰਹੀ ਹੈ। ਬਜ਼ੁਰਗਾਂ ਦੀ ਆਬਾਦੀ ਵੱਧ ਰਹੀ ਹੈ ਜਿਸ ਕਾਰਨ ਕੰਮ ਕਰਨ ਵਾਲੇ ਨੌਜਵਾਨਾਂ ਦੀ ਘਾਟ ਹੈ। ਇਹ ਦੇਸ਼ ਨੌਜਵਾਨਾਂ ਨੂੰ ਬੱਚੇ ਪੈਦਾ ਕਰਨ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਪੈਸੇ ਵੀ ਵੰਡੇ ਜਾ ਰਹੇ ਹਨ। ਕੁੜੀਆਂ ਨੂੰ ਸ਼ਹਿਰਾਂ ਤੋਂ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਹੁਣ ਤੱਕ ਇੱਕ ਹੋਰ ਦੇਸ਼ ਵੱਲੋਂ ਅਜਿਹਾ ਹੀ ਕੁਝ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਉਹਨਾਂ ਦੇ ਦੇਸ਼ ਦੀ ਆਬਾਦੀ ਵੱਧ ਸਕੇ। ਦਰਅਸਲ ਪਿਛਲੇ 3 ਸਾਲਾਂ ਤੋਂ ਯੂਕਰੇਨ ਦੇ ਨਾਲ ਜੰਗ ਲੜ ਰਿਹਾ ਰੂਸ ਨਾ ਸਿਰਫ ਫੌਜੀਆਂ ਦੀ ਘਟਦੀ ਗਿਣਤੀ ਦੇ ਮਾਮਲੇ ਵਿੱਚ ਸਗੋਂ ਘਟਦੀ ਆਬਾਦੀ ਅਤੇ ਘਟਦੀ ਜਨਮ ਦਰ ਤੇ ਵੀ ਸੰਘਰਸ਼ ਕਰ ਰਿਹਾ ਹੈ। ਇਸ ਦੌਰਾਨ ਪੱਛਮੀ ਰੂਸ ਦੇ ਸੂਬੇ ਨੇ ਰੂਸੀਆਂ ਨੂੰ 4-4 ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਹਰ ਬੱਚੇ ਦੇ ਜਨਮ ਤੇ 10 ਲੱਖ ਰੂਬਲ ਯਾਨੀ 8 ਲੱਖ ਰੁਪਏ ਦੇਵੇਗੀ। ਨਿਜ਼ਨੀ ਓਬਲਾਸਟ ਦੇ ਗਵਰਨਰ ਗਲੇਬ ਨਿਕਿੰਟਨ ਦੁਆਰਾ ਘੋਸ਼ਣਾ ਪਿਛਲੇ ਮੰਗਲਵਾਰ ਨੂੰ ਇੰਸਟੀਚਿਊਟ ਫॉर ਵਾਰ ਸਟੱਡੀਜ਼ ਦੁਆਰਾ ਇੱਕ ਰਿਪੋਰਟ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ ਵਿੱਚ ਇਸ ਵੇਲੇ ਜਨਮ ਦਰ ਪ੍ਰਤੀ ਔਰਤ 1.5 ਬੱਚੇ ਹੈ, ਜਦਕਿ ਮੌਜੂਦਾ ਆਬਾਦੀ ਨੂੰ ਕਾਇਮ ਰੱਖਣ ਲਈ ਪ੍ਰਤੀ ਔਰਤ 2.1 ਬੱਚਿਆਂ ਦੀ ਜਨਮ ਦਰ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਯੂਕਰੇਨ ਨਾਲ ਚੱਲ ਰਹੀ ਜੰਗ ਤੋਂ ਬਾਅਦ ਰੂਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ। ਇਸ ਕਾਰਨ ਪਿਛਲੇ 3 ਸਾਲਾਂ 'ਚ ਰੂਸ ਦੀ ਆਬਾਦੀ ਤੇਜ਼ੀ ਨਾਲ ਘਟੀ ਅਤੇ ਸਤੰਬਰ 2024 'ਚ ਇਹ ਪਿਛਲੇ 25 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਜਾਵੇਗੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਿਜ਼ਨੀ
ਓਬਲਾਸਟ ਗਵਰਨਰਸ ਦੀ ਪੇਸ਼ਕਸ਼ ਦੇ ਅਨੁਸਾਰ ਪਹਿਲੇ ਅਤੇ ਦੂਜੇ ਬੱਚਿਆਂ ਲਈ ਜਣੇਪਾ ਗ੍ਰਾਂਟਾਂ ਕੇਂਦਰੀ ਫੰਡ ਤੋਂ ਅਦਾ ਕੀਤੀਆਂ ਜਾਣਗੀਆਂ, ਜਦਕਿ ਤੀਜੇ ਤੇ ਚੌਥੇ ਬੱਚਿਆਂ ਲਈ ਅਨੁਦਾਨ ਖੇਤਰੀ ਫੰਡਾਂ ਤੋਂ ਅਦਾ ਕੀਤਾ ਜਾਵੇਗਾ। ਇਸ ਗ੍ਰਾਂਟ ਦੇ ਦਾਅਵੇਦਾਰਾਂ ਲਈ ਕੋਈ ਹੋਰ ਵਿਸ਼ੇਸ਼ ਸ਼ਰਤਾਂ ਨਹੀਂ ਰੱਖੀਆਂ ਗਈਆਂ ਹਨ, ਪਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਵਿਸ਼ੇਸ਼ ਤੌਰ ਤੇ 18 ਤੋਂ 23 ਸਾਲ ਦੀਆਂ ਲੜਕੀਆਂ ਲਈ ਪੇਸ਼ਕਸ਼ ਕੀਤੀ ਗਈ ਹੈ। ਰੂਸ 'ਚ ਘਟਦੀ ਜਨਮ ਦਰ ਨਾਲ ਨਜਿੱਠਣ ਲਈ ਪੁਤਿਨ ਸਰਕਾਰ ਪਹਿਲਾਂ ਹੀ ਸੈਕਸ ਮੰਤਰਾਲੇ ਖੋਲ੍ਹਣ ਦੇ ਵਿਚਾਰ ਕਰ ਰਹੀ ਹੈ। ਇਸ ਤਹਿਤ ਮਾਸਕੋ ਨੇ ਵੀ ਕੁਝ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਸਕੀਮ ਤਹਿਤ ਜਣੇਪਾ ਛੁੱਟੀ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਲਿੰਗ ਮੰਤਰਾਲੇ ਦੀ ਅਗਵਾਈ ਕਰਨ ਲਈ ਫੈਡਰੇਸ਼ਨ ਕੌਂਸਲ ਦੀ ਚੇਅਰਵੁਮੈਨ ਵੈਲੈਂਟੀਨਾ ਨੂੰ ਨਾਮਜ਼ਦ ਕੀਤਾ ਹੈ। ਉਹ ਪਹਿਲਾਂ ਹੀ ਪਰਿਵਾਰ ਅਤੇ ਜਨਸੰਖਿਆ ਨੀਤੀ ਵਿਭਾਗ ਨੂੰ ਸੰਭਾਲ ਰਹੀ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ ਯੂਐਸਏ ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।